1999 ਵਿੱਚ ਜਦੋਂ ਸਾਹਿਬ ਕਾਂਸ਼ੀ ਰਾਮ ਨੇ ਅਮੇਠੀ ਤੋਂ ਇਲੈਕਸ਼ਨ ਲੜਿਆ ਤਾਂ ਉਸ ਵਕਤ 5 ਵਾਰ ਰਾਜੀਵ ਗਾਂਧੀ ਤੇ 4 ਵਾਰ ਦੇਵੀ ਲਾਲ ਤੇ 3 ਵਾਰ ਵੀਪੀ ਸਿੰਘ ਉਹਨਾਂ ਦੇ ਕੋਲ ਚੱਲ ਕੇ ਗਏ ਸਮਝੌਤੇ ਲਈ, ਪਰ ਸਾਹਿਬ ਕਾਂਸ਼ੀ ਰਾਮ ਨੇ ਕਿਸੇ ਨੂੰ ਵੀ ਲੜ ਸਿਰਾ ਨਹੀਂ ਫੜਾਇਆ। 1999 ਵਿੱਚ ਇਲੈਕਸ਼ਨ ਲੜਨ ਤੋਂ ਬਾਅਦ ਬੇਸ਼ੱਕ ਅਮੇਠੀ ਤੋਂ ਰਾਜੀਵ ਗਾਂਧੀ ਦੇ ਮੁਕਾਬਲੇ 'ਚ ਸਾਹਿਬ ਕਾਂਸ਼ੀ ਰਾਮ ਨੂੰ 25000 ਵੋਟ ਮਿਲੇ, ਪਰ ਉਸ 25000 ਨੇ ਜਿਹੜਾ ਨੁਕਸਾਨ ਕਾਂਗਰਸ ਦਾ ਕੀਤਾ ਉਹ ਆਪਾਂ ਉਹਨਾਂ ਦੇ ਨਾਲ ਸਾਥੀ ਰਹੇ ਇੰਦਰਜੀਤ ਐਡਵੋਕੇਟ ਲੁਧਿਆਣਾ ਜੀ ਕੋਲੋਂ ਸੁਣਦੇ ਹਾਂ ਕਿ ਸਾਹਿਬ ਕਾਂਸ਼ੀ ਰਾਮ ਨੂੰ 1999 ਤੋਂ ਇੱਕ ਵੱਖਰਾ ਇੱਕ ਖਾਸ ਬੰਦਿਆਂ ਨੂੰ ਦਿੱਲੀ ਬੁਲਾ ਕੇ ਕੀ ਕਿਹਾ ਸੀ, ਕਿਉਂਕਿ ਕੁਝ ਲੋਕ ਪੰਜਾਬ ਦੀ ਗੱਲ ਕਹਿੰਦੇ ਸੀ ਵੀ ਸਾਹਿਬ ਕਾਂਸ਼ੀ ਰਾਮ ਨੂੰ ਨਾ ਕਦੀ ਪੰਚ ਰਹੇ, ਨਾ ਉਹ ਸਰਪੰਚ ਰਹੇ, ਨਾ ਨੰਬਰਦਾਰ, ਨਾ ਕੌਂਸਲਰ, ਤਾਂ ਉਹਨਾਂ ਨੂੰ ਇੱਕ ਪ੍ਰਧਾਨ ਮੰਤਰੀ ਦੇ ਖਿਲਾਫ ਜਾ ਕੇ ਨਹੀਂ ਲੜਨਾ ਚਾਹੀਦਾ ਸੀ। ਉਸ ਦਾ ਜਿਹੜਾ ਕੱਲੀ ਗੱਲ ਦਾ ਜਵਾਬ ਜਿਹੜਾ ਉਹਨੇ ਉਸ ਕੇਡਰ ਕੈਂਪ 'ਚ ਦਿੱਤਾ ਉਹ ਆਪਾਂ ਇੰਦਰਜੀਤ ਐਡਵੋਕੇਟ ਲੁਧਿਆਣਾ ਜੀ ਜੋ ਉਹਨਾਂ ਦੇ ਕਰੀਬ ਕਾਫੀ ਸਾਥੀ ਰਹੇ ਆ ਉਹਨਾਂ ਦੀ ਜਵਾਨੀ ਸੁਣਨ ਦੀ ਕੋਸ਼ਿਸ਼ ਕਰਾਂਗੇ, ਕਿਉਂਕਿ ਉਹ ਉਸ ਵੇਲੇ ਉਸ ਮੀਟਿੰਗ ਵਿੱਚ ਮੌਜੂਦ ਸੀ। ਇੰਦਰਜੀਤ ਜੀ, ਉਹ ਕਿੱਸਾ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ। 1999 ਦੀ ਲੋਕ ਸਭਾ ਚੋਣ ਦੇ ਵਿੱਚ ਜਿਹੜੀ ਕਿ ਚੋਣ ਪੂਰੇ ਦੇਸ਼ ਵਿੱਚ ਹੋਈ, ਉਸ ਚੋਣ ਦੇ ਵਿੱਚ ਸਾਹਿਬ ਕਾਂਸ਼ੀ ਰਾਮ ਜੀ ਨੇ ਅਮੇਠੀ 'ਚ ਚੋਣ ਲੜਨ ਦਾ ਫੈਸਲਾ ਕੀਤਾ, ਕਿਉਂਕਿ ਅਮੇਠੀ ਪੂਰੇ ਦੇਸ਼ ਦੀ ਹੌਟ ਸੀਟ ਮੰਨੀ ਜਾਂਦੀ ਸੀ, ਕਿਉਂਕਿ ਉੱਥੇ ਦੇਸ਼ ਦਾ ਮੌਜੂਦਾ ਪ੍ਰਧਾਨ ਮੰਤਰੀ ਚੋਣ ਲੜਦਾ ਸੀ, ਉੱਥੋਂ ਹੀ ਪਹਿਲਾਂ ਜਿੱਤਿਆ ਸੀ। ਭਾਵੇਂ ਕਾਂਸ਼ੀ ਰਾਮ ਸਾਹਿਬ ਨੂੰ ਇਸ ਚੋਣ ਤੋਂ ਪਹਿਲਾਂ ਵੀ ਵੱਖ-ਵੱਖ ਪਾਰਟੀਆਂ ਵੱਲੋਂ ਭਾਵੇਂ ਵੀਪੀ ਸਿੰਘ, ਭਾਵੇਂ ਦੇਵੀ ਲਾਲ ਜਾਂ ਹੋਰ ਇਸ ਕੱਦ ਦੇ ਨੇਤਾ ਵੱਲੋਂ ਵੱਖ-ਵੱਖ ਆਫਰਸ ਆਈਆਂ ਕਿ ਸਾਡੇ ਨਾਲ ਸਮਝੌਤਾ ਕਰੋ, ਪਰ ਕਾਂਸ਼ੀ ਰਾਮ ਸਾਹਿਬ ਨੇ ਕਿਹਾ ਕਿ ਨਹੀਂ, ਮੈਂ ਆਪਣੇ ਦਮ 'ਤੇ, ਆਪਣੀ ਮਿਹਨਤ, ਆਪਣੇ ਸਮਾਜ ਦੇ ਦਮ 'ਤੇ ਮੈਂ ਚੋਣ ਲੜਾਂਗਾ, ਰਿਜ਼ਲਟ ਜੋ ਹੋਏਗਾ ਉਹ ਬਾਅਦ 'ਚ ਦੇਖ ਲਵਾਂਗੇ। ਤਾਂ ਕਾਂਸ਼ੀ ਰਾਮ ਸਾਹਿਬ ਨੇ ਇਹ ਚੋਣ ਲੜੀ। ਇਸ ਚੋਣ ਲੜ ਕੇ ਜਿਹੜਾ ਦੇਸ਼ ਦਾ ਪ੍ਰਧਾਨ ਮੰਤਰੀ ਸੀ ਉਸ ਦੇ ਮੁਕਾਬਲੇ 'ਚ ਚੋਣ ਲੜਨੀ ਕੋਈ ਸੌਖਾ ਕੰਮ ਨਹੀਂ ਸੀ, ਕਿਉਂਕਿ ਮਜ਼ਬੂਤ ਇਰਾਦੇ ਨੇ, ਬੁਲੰਦ ਹੌਸਲੇ ਨੇ ਅਤੇ ਸਮਾਜ ਵੱਲੋਂ ਮਿਲੇ ਹੋਏ ਸਹਿਯੋਗ ਨੇ ਕਾਂਸ਼ੀ ਰਾਮ ਸਾਹਿਬ ਦੇ ਹੌਸਲੇ ਨੂੰ ਹੋਰ ਬੁਲੰਦ ਕੀਤਾ। ਔਰ ਰਾਜੀਵ ਗਾਂਧੀ ਜਿਹੜਾ ਕਿ ਬੇਫਿਕਰ ਹੋ ਕੇ ਚੋਣ ਲੜ ਰਿਹਾ ਸੀ, ਤਾਂ ਉਸ ਬੰਦੇ ਨੇ ਭਾਵੇਂ ਚੋਣ ਜਿੱਤ ਤਾਂ ਲਈ, ਪਰ ਜੋ ਉਹਦੀ ਹਾਲਤ ਹੋਈ ਉਹ ਇਹ ਦੱਸਣਯੋਗ ਹੈ ਕਿ ਕਾਂਸ਼ੀ ਰਾਮ ਸਾਹਿਬ ਨੂੰ 25000 ਵੋਟ ਪਈ। ਤਾਂ 25000 ਵੋਟ ਲੈ ਕੇ ਕਾਂਸ਼ੀ ਰਾਮ ਜੀ ਨੇ ਭਾਰਤ ਦੇ ਨਕਸ਼ੇ 'ਤੇ ਬਹੁਤ ਵੱਡੀ ਤਬਦੀਲੀ ਲੈ ਕੇ ਆਂਦੀ ਕਿ ਸੱਤਾ ਕਰਦੀ, ਰਾਜ ਚਲਾਉਂਦੀ ਪਾਰਟੀ ਨੂੰ ਤਖਤ ਤੋਂ ਲਾ ਕੇ ਤਖਤੇ 'ਤੇ ਬਿਠਾ ਦਿੱਤਾ ਔਰ ਨਵਾਂ ਰਾਜ ਭਾਗ ਆਇਆ, ਤਬਦੀਲੀ ਆਈ। ਤਾਂ ਇਸ ਚੋਣ ਦੇ ਵਿੱਚ ਸਾਰਾ ਕੁਝ ਬੀਤ ਗਿਆ। ਤਾਂ ਚੋਣ ਤੋਂ ਮਗਰੋਂ ਜਦੋਂ ਕਾਂਸ਼ੀ ਰਾਮ ਸਾਹਿਬ ਨੇ ਦਿੱਲੀ ਦੇ ਵਿੱਚ ਕੁਝ ਲੋਕਾਂ ਨੂੰ, ਗਿਣੇ ਚੁਣੇ ਲੋਕਾਂ ਨੂੰ, ਜਿਨ੍ਹਾਂ ਲੋਕਾਂ ਨੇ ਚੋਣ ਲੜੀ ਜਾਂ ਸਰਗਰਮੀ ਨਾਲ ਚੋਣ ਵਿੱਚ ਕੰਮ ਕੀਤਾ, ਉਹਨਾਂ ਲੋਕਾਂ ਨੂੰ ਦਿੱਲੀ ਬੁਲਾਇਆ। ਤਾਂ ਉਹਨਾਂ ਵਿੱਚ ਮੈਂ ਲੋਕ ਸਭਾ ਦਾ ਕੈਂਡੀਡੇਟ ਹੋਣ ਕਰਕੇ ਮੈਂ ਆਪ ਵਿੱਚ ਹਾਜ਼ਰ ਸੀ। ਤਾਂ ਕਾਂਸ਼ੀ ਰਾਮ ਸਾਹਿਬ ਨੇ ਇੱਕ ਵੱਡਾ ਬਲੈਕ ਬੋਰਡ ਲਾ ਕੇ ਤਾਂ ਉੱਥੇ ਕੇਡਰ ਦਿੱਤਾ, ਪੂਰੀ ਜਾਣਕਾਰੀ ਦੇਸ਼ ਦੇ ਹਾਲਾਤ ਦੀ ਅਤੇ ਅਮੇਠੀ ਲੋਕ ਸਭਾ ਹਲਕੇ ਦੀ ਜਾਣਕਾਰੀ ਦਿੱਤੀ। ਤਾਂ ਕਾਂਸ਼ੀ ਰਾਮ ਸਾਹਿਬ ਨੇ ਕਿਹਾ ਕਿ ਮੈਂ ਇਸ ਚੋਣ ਨੂੰ ਕਿਉਂ ਲੜਿਆ, ਮੈਂ ਇਸ ਖੇਤਰ ਨੂੰ ਕਿਉਂ ਚੁਣਿਆ। ਉਹਨਾਂ ਨੇ ਕਿਹਾ ਵੀ ਜੇਕਰ ਮੈਂ ਕਿਸੇ ਹੋਰ ਹਲਕੇ ਚੋਣ ਲੜਦਾ ਤਾਂ ਮੈਂ ਆਸਾਨੀ ਨਾਲ ਜਿੱਤ ਸਕਦਾ ਸੀ, ਪਰ ਮੇਰਾ ਮਕਸਦ ਜਿੱਤਣ ਤੱਕ ਨਹੀਂ, ਮੇਰਾ ਮਕਸਦ ਦੇਸ਼ ਦੇ ਵਿੱਚ ਤਬਦੀਲੀ ਲਿਆਉਣ ਦਾ ਸੀ। ਜੇ ਮੈਂ ਕਿਸੇ ਹੋਰ ਹਲਕੇ ਚੋਣ ਲੜਦਾ ਤਾਂ ਫਿਰ ਤਬਦੀਲੀ ਨਹੀਂ ਸੀ ਆ ਸਕਦੀ। ਜਿਹੜੀ ਤਬਦੀਲੀ ਹੁਣ ਆਈ ਹੈ ਉਹ ਕਿਵੇਂ ਕਿ ਰਾਜੀਵ ਗਾਂਧੀ ਜਿਹੜਾ ਦੇਸ਼ ਦਾ ਪ੍ਰਧਾਨ ਮੰਤਰੀ ਸੀ, ਉਹਦੇ ਵੱਲੋਂ ਹਰ ਤਰ੍ਹਾਂ ਦਾ ਹੀਲਾ ਤਰੀਕਾ ਵਰਤਿਆ ਗਿਆ। ਕਾਂਗਰਸ ਜਿਹੜੀ ਸੀ ਉਹ 104 ਸਾਲ ਪੁਰਾਣੀ ਪਾਰਟੀ ਸੀ, ਤਾਂ ਜਿਹੜੀ ਬਹੁਜਨ ਸਮਾਜ ਪਾਰਟੀ ਸੀ ਕੇਵਲ 4 ਸਾਲ ਪੁਰਾਣੀ ਪਾਰਟੀ ਸੀ। ਔਰ ਉਸ ਚੋਣ ਦੇ ਅੰਦਰ ਕਾਂਸ਼ੀ ਰਾਮ ਸਾਹਿਬ ਨੇ ਜਿਸ ਤਰੀਕੇ ਦੇ ਨਾਲ ਬਹੁਤ ਜ਼ਿਆਦਾ ਮਿਹਨਤ ਕਰਕੇ ਕੰਮ ਕੀਤਾ, ਉਹਨਾਂ ਨੇ ਉਸ ਕੇਡਰ ਕੈਂਪ 'ਚ ਦੱਸਿਆ ਕਿ ਮੈਂ ਰਾਜੀਵ ਗਾਂਧੀ ਨੂੰ ਇਸ ਚੋਣ ਦੇ ਅੰਦਰ
ਕਿਸੇ ਸੂਏ, ਕਿਸੇ ਕੱਸੀ, ਕਿਸੇ ਟੋਭਾ ਜਾਂ ਕਿਸੇ ਤਲਾਬ ਦੇ ਵਿੱਚ ਨੱਕ ਡੁਬੋ ਕੇ ਮਰਨ ਜੋਗਾ ਵੀ ਨਹੀਂ ਛੱਡਿਆ। ਕਿਉਂਕਿ ਜਿਹੜਾ ਦੇਸ਼ ਦਾ ਪ੍ਰਧਾਨ ਮੰਤਰੀ ਸੀ ਉਹ ਇਸ ਚੋਣ ਤੋਂ ਪਹਿਲਾਂ ਉਹ ਦਿੱਲੀ ਤੋਂ ਹਵਾਈ ਜਹਾਜ਼ 'ਚ ਬੈਠ ਕੇ ਅਮੇਠੀ ਪੇਪਰ ਭਰ ਕੇ 1 ਘੰਟੇ ਦੇ ਵਿੱਚ ਵਾਪਸ ਦਿੱਲੀ ਪਹੁੰਚ ਜਾਂਦਾ ਸੀ। ਤਾਂ ਜਿਸ ਦਿਨ ਤੋਂ ਮੈਂ ਪੇਪਰ ਭਰੇ ਉਹਨੇ 1 ਘੰਟਾ ਵੀ ਇਸ ਅਮੇਠੀ ਨੂੰ ਸੁਣਨਾ ਨਹੀਂ ਛੱਡਿਆ। ਜਿਹੜਾ ਰਾਜੀਵ ਗਾਂਧੀ ਕਦੇ 50 ਫੁੱਟ ਚੌੜੀ ਸੜਕ 'ਤੇ ਤੁਰ ਕੇ ਤਾਂ ਕੀ ਕਦੇ ਕਾਰ 'ਚ ਬੈਠ ਕੇ ਵੀ ਨਹੀਂ ਸੀ ਲੰਘਿਆ, ਉਸ ਬੰਦੇ ਨੂੰ ਮੈਂ 4-4 ਫੁੱਟ ਦੀਆਂ ਗਲੀਆਂ ਵੀ ਦਿਖਾ ਦਿੱਤੀਆਂ। ਜਿਨ੍ਹਾਂ ਗਲੀਆਂ 'ਚ ਕਦੇ ਸਰਕਾਰ ਨੇ ਪੀਲੀ ਮਿੱਟੀ ਵੀ ਨਹੀਂ ਸੀ ਪਾਈ, ਉੱਥੇ ਪ੍ਰੀਮਿਕਸ ਪਾ ਦਿੱਤਾ ਗਿਆ। ਜਿਨ੍ਹਾਂ ਹਜ਼ਾਰਾਂ ਝੁੱਗੀਆਂ ਦੇ ਵਿੱਚ ਅਮੇਠੀ ਦੇ ਵਿੱਚ ਕਦੇ 0 ਵਾਟ ਦਾ ਬਲਬ ਨਹੀਂ ਸੀ ਚੱਲਿਆ, ਤਾਂ ਉੱਥੇ ਸਰਕਾਰ ਨੇ 100 ਵਾਟ ਦਾ ਬਲਬ ਲਾ ਕੇ ਲੋਕਾਂ ਨੂੰ ਭਰਮਾਉਣ ਦੀ ਕੋਸ਼ਿਸ਼ ਕੀਤੀ ਤਾਂ ਕਿ ਵੋਟ ਕਾਂਗਰਸ ਨੂੰ ਪੈ ਸਕੇ। ਇਸ ਸਾਰੇ ਚੋਣ ਦੇ ਦੌਰਾਨ ਕਾਂਸ਼ੀ ਰਾਮ ਸਾਹਿਬ ਨੇ ਇਹ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਜਦੋਂ ਇਹ ਸਾਰਾ ਕੁਝ ਵਾਪਰ ਰਿਹਾ ਸੀ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਦੇ ਕੋਲ ਵੱਖ-ਵੱਖ ਸੂਬਿਆਂ 'ਚੋਂ ਚੋਣ ਲੜਨ ਵਾਲੇ ਉਮੀਦਵਾਰ ਆਉਂਦੇ ਰਹੇ ਕਿ ਸਾਡੇ ਹਲਕੇ 'ਚ ਆ ਕੇ ਮੀਟਿੰਗ ਕਰੋ, ਰੈਲੀ ਕਰੋ, ਮੇਰੀ ਚੋਣ ਨੂੰ ਹੁੰਗਾਰਾ ਮਿਲੇਗਾ ਅਤੇ ਮੈਂ ਚੋਣ ਜਿੱਤ ਜਾਵਾਂਗਾ। ਪਰ ਰਾਜੀਵ ਗਾਂਧੀ ਨੇ ਹਰ ਇੱਕ ਨੂੰ ਡਾਂਟਦੇ ਹੋਏ ਕਿਹਾ ਕਿ ਇਸ ਚੋਣ ਦੇ ਵਿੱਚ ਮੈਨੂੰ ਬਿਲਕੁਲ ਡਿਸਟਰਬ ਨਾ ਕਰੋ, ਮੈਨੂੰ ਇੱਥੇ ਮੇਰਾ ਸਮਾਂ ਵੇਸਟ ਨਾ ਕਰੋ, ਜਾ ਕੇ ਆਪਣੀ ਚੋਣ ਲੜੋ। ਇੱਥੇ ਤਾਂ ਕਾਂਸ਼ੀ ਰਾਮ ਸਾਹਿਬ ਨੇ ਮੇਰੇ ਨੱਕ ਵਿੱਚ ਦਮ ਕੀਤਾ ਹੋਇਆ ਹੈ ਅਤੇ ਮੈਨੂੰ ਇਹ ਆਪਣੀ ਸੀਟ ਬਚਾਉਣੀ ਜਿਹੜੀ ਹੈ ਬਹੁਤ ਮੁਸ਼ਕਲ ਹੋ ਚੁੱਕੀ ਹੈ। ਭਾਵੇਂ ਮੇਰਾ ਨਾਨਾ 17 ਸਾਲ ਦੇਸ਼ ਦਾ ਪ੍ਰਧਾਨ ਮੰਤਰੀ ਰਿਹਾ, ਮੇਰੀ ਮਾਤਾ 11 ਸਾਲ ਦੇਸ਼ ਦੀ ਪ੍ਰਧਾਨ ਮੰਤਰੀ ਰਹੀ ਹੈ ਅਤੇ ਮੈਂ ਆਪ ਰਾਜੀਵ ਗਾਂਧੀ 5 ਸਾਲ ਦੇਸ਼ ਦਾ ਪ੍ਰਧਾਨ ਮੰਤਰੀ ਰਿਹਾ। ਭਾਵੇਂ ਰਾਜੀਵ ਗਾਂਧੀ ਦੇਸ਼ ਦਾ ਨੈਸ਼ਨਲ ਕਾਂਗਰਸ ਦਾ ਪ੍ਰੈਜ਼ੀਡੈਂਟ ਸੀ, ਪਰ ਉਹ ਕਾਂਸ਼ੀ ਰਾਮ ਸਾਹਿਬ ਅੱਗੇ ਆਪਣੇ ਆਪ ਨੂੰ ਹਾਰਦਾ, ਆਪਣੇ ਆਪ ਨੂੰ ਘਬਰਾਉਂਦਾ ਮਹਿਸੂਸ ਕਰਦਾ ਸੀ, ਕਿਉਂਕਿ ਉਹਨੂੰ ਪਤਾ ਸੀ ਵੀ ਕਾਂਸ਼ੀ ਰਾਮ ਸਾਹਿਬ ਦੀ ਮਿਹਨਤ ਅਤੇ ਉਹਨਾਂ ਦਾ ਕੀਤਾ ਹੋਇਆ ਕੰਮ ਜਿਹੜਾ ਸੀ ਉਹਦੇ ਨਾਲ ਰਾਜੀਵ ਗਾਂਧੀ ਨੂੰ ਕਾਫੀ ਹੋਈ। ਤਾਂ ਰਾਜੀਵ ਗਾਂਧੀ ਚਾਹੁੰਦੇ ਸੀ ਕਿ ਸਿਲਸਿਲਾ ਚੱਲਦਾ ਰਹੇ, ਪਰ ਕਾਂਸ਼ੀ ਰਾਮ ਸਾਹਿਬ ਕਹਿੰਦੇ ਸੀ ਕਿ ਮੈਂ ਸਮਾਜਿਕ ਪਰਿਵਰਤਨ ਲਿਆਉਣਾ। ਉਹਨਾਂ ਨੇ ਸਮਾਜਿਕ ਪਰਿਵਰਤਨ ਦੀ ਦਿਸ਼ਾ ਦੇ ਵਿੱਚ ਇਹ ਬਹੁਤ ਵੱਡਾ ਕਦਮ ਚੁੱਕਿਆ ਔਰ ਇਸ ਕਦਮ ਦੇ ਨਾਲ ਭਾਵੇਂ ਕਾਂਸ਼ੀ ਰਾਮ ਸਾਹਿਬ ਨੂੰ 25,000 ਵੋਟ ਪਈ, ਉਹਨਾਂ ਨੇ ਦੱਸਿਆ ਕਿ ਮੈਂ ਕਾਂਗਰਸ ਦੀਆਂ 85 ਸੀਟਾਂ ਦਾ ਹੈਵੀ ਭਾਰਾ ਨੁਕਸਾਨ ਕੀਤਾ। 85 ਸੀਟਾਂ ਕਾਂਗਰਸ ਦੀਆਂ ਰਾਜੀਵ ਗਾਂਧੀ ਦੇ ਮੁਕਾਬਲੇ 'ਚ ਕਾਂਸ਼ੀ ਰਾਮ ਸਾਹਿਬ ਦੇ ਖੜ੍ਹੇ ਹੋਣ ਕਰਕੇ ਚਲੀਆਂ ਗਈਆਂ। ਤਾਂ ਉਸ ਤੋਂ ਬਾਅਦ ਰਾਜੀਵ ਗਾਂਧੀ ਦੇਸ਼ ਦੀ ਪ੍ਰਧਾਨ ਮੰਤਰੀ ਦੀ ਗੱਦੀ ਤੋਂ ਉਹਨੂੰ ਅਸਤੀਫਾ ਦੇਣਾ ਪਿਆ ਅਤੇ ਵਿਸ਼ਵਨਾਥ ਪ੍ਰਤਾਪ ਸਿੰਘ ਪ੍ਰਧਾਨ ਮੰਤਰੀ ਬਣਿਆ। ਅਤੇ ਕਾਂਸ਼ੀ ਰਾਮ ਸਾਹਿਬ ਦੀ ਇਸ ਤਬਦੀਲੀ ਨੇ ਦੇਸ਼ ਦੇ ਵਿੱਚ ਇੱਕ ਨਵਾਂ ਮੋੜ ਲਿਆਂਦਾ। ਤਾਂ ਜਿਹੜੇ ਲੋਕ ਕਾਂਗਰਸ ਦੇ ਵਿੱਚ ਹੋਰਾਂ ਪਾਰਟੀ 'ਚ ਬੈਠ ਕੇ ਲੰਬਾ ਸਮਾਂ MLA MP ਵਜ਼ੀਰ ਸੈਂਟਰ ਦੇ ਵਜ਼ੀਰ ਬਣਦੇ ਰਹੇ, ਉਹ ਦੇਸ਼ ਲਈ ਕੱਖ ਵੀ ਕਰ ਨਹੀਂ ਸਕੇ। ਤਾਂ ਮੈਂ ਕਹਿਣਾ ਚਾਹੁੰਦਾ ਕਿ ਜਿਹੜੇ 33 ਸਾਲ ਤੱਕ ਬਾਬੂ ਜਗਜੀਵਨ ਰਾਮ ਦੇਸ਼ ਦੇ ਡਿਪਟੀ ਪ੍ਰਾਈਮ ਮਿਨਿਸਟਰ ਰਹੇ, ਡਿਫੈਂਸ ਮਿਨਿਸਟਰ ਰਹੇ, ਉਹ ਸ਼ਡਿਊਲ ਕਾਸਟਾਂ ਦੀਆਂ, ਮੂਲ ਨਿਵਾਸੀਆਂ ਦੀਆਂ, ਆਦਿ ਨਿਵਾਸੀਆਂ ਦੀਆਂ ਪੂਰੇ ਦੇਸ਼ ਵਿੱਚ 33 ਪੰਚਾਇਤਾਂ ਵੀ ਨਹੀਂ ਬਣਾ ਸਕੇ। ਪਰ ਕਾਂਸ਼ੀ ਰਾਮ ਸਾਹਿਬ ਨੇ ਉਸ ਦੇਸ਼ 'ਚ ਏਡਾ ਵੱਡਾ ਪਰਿਵਰਤਨ ਲਿਆਂਦਾ ਕਿ ਪਹਿਲੀ ਲੋਕ ਸਭਾ ਦੀ ਚੋਣ ਦੇ ਵਿੱਚ ਉਹਨਾਂ ਨੇ ਬਿਜਨੌਰ ਤੋਂ ਮਾਇਆਵਤੀ ਨੂੰ ਚੋਣ ਜਿੱਤੀ ਅਤੇ ਰਾਮ ਕ੍ਰਿਸ਼ਨ ਯਾਦਵ ਆਜ਼ਮਗੜ੍ਹ ਤੋਂ ਜਿੱਤੇ ਔਰ ਹਰਭਜਨ ਲਾਖਾ ਜੀ ਪੰਜਾਬ ਫਲੌਰ ਤੋਂ ਜਿੱਤੇ। ਇਸ ਵੱਡੀ ਤਬਦੀਲੀ ਨੇ ਉੱਤਰ ਪ੍ਰਦੇਸ਼ ਦੇ ਵਿੱਚ ਦੁਆਰਾ ਸਰਕਾਰਾਂ ਵੀ ਲਿਆਂਦੀਆਂ, ਤਾਂ ਦੇਸ਼ ਦੇ ਵਿੱਚ ਪੂਰਾ ਪਰਿਵਰਤਨ ਹੋਇਆ ਅਤੇ 17 ਸੂਬਿਆਂ ਦੇ ਵਿੱਚ ਉਸ ਕਾਂਸ਼ੀ ਰਾਮ ਸਾਹਿਬ ਦੀ ਮੂਵਮੈਂਟ ਨੇ MLA MP ਪੈਦਾ ਕੀਤੇ ਔਰ ਦੂਜੀਆਂ ਪਾਰਟੀਆਂ ਜਿਹੜਾ ਲੰਬੇ ਸਮੇਂ ਤੋਂ ਰਾਜ ਕਰਦੀਆਂ ਸੀ ਉਹਨਾਂ ਨੂੰ ਫੁੱਟਬੈਕ 'ਤੇ ਲੈ ਕੇ ਆਂਦਾ। ਇਸ ਦੇ ਨਾਲ ਹੀ ਮੈਂ ਇੱਕ ਗੱਲ ਹੋਰ ਜੋੜ ਦੇਵਾਂ ਕਿ ਜਦੋਂ 1999 ਦੇ ਇਲੈਕਸ਼ਨ ਤੋਂ ਬਾਅਦ ਰਾਜੀਵ ਗਾਂਧੀ ਸੱਤਾ ਤੋਂ ਬਾਹਰ ਹੋ ਗਿਆ, ਤਾਂ ਉਸ ਤੋਂ ਬਾਅਦ ਇੱਕ ਫੰਕਸ਼ਨ ਵਿੱਚ ਮਿਲੇ ਤਾਂ ਰਾਜੀਵ ਗਾਂਧੀ ਨੇ ਸਾਹਿਬ ਨੂੰ ਕਿਹਾ ਕਿ ਸਾਹਿਬ ਜੀ ਕਿ ਤੁਸੀਂ ਚੰਗਾ ਨਹੀਂ ਕੀਤਾ, ਜੇ ਤੁਸੀਂ ਮੇਰੇ ਨਾਲ ਇਲੈਕਸ਼ਨ ਰਲ ਕੇ ਲੜਦੇ ਤਾਂ ਤੁਹਾਨੂੰ 30 ਸੀਟਾਂ ਮਿਲ ਜਾਣੀਆਂ ਸੀ 3 ਦੀ ਬਜਾਏ, ਪਰ ਮੇਰੀ ਸਰਕਾਰ ਬਚ ਜਾਣੀ ਸੀ। ਤਾਂ ਸਾਹਿਬ ਨੇ ਕਿਹਾ ਬਈ ਮੈਨੂੰ ਇਸ ਗੱਲ ਦੀ ਖੁਸ਼ੀ ਆ ਵੀ ਤੂੰ ਅੱਜ ਦਿੱਲੀ ਦੇ ਮੁਗਲ ਆਜ਼ਮ ਵਜੋਂ ਮੇਰੇ ਨਾਲ ਗੱਲ ਨਹੀਂ ਕਰ ਰਿਹਾ, ਤੂੰ ਮੇਰੇ ਨਾਲ ਇੱਕ ਰੋਡ ਮਾਸਟਰ ਵਜੋਂ ਗੱਲ ਕਰ ਰਿਹਾ। ਅਤੇ ਕਾਂਸ਼ੀ ਰਾਮ ਨੂੰ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਕਾਂਸ਼ੀ ਰਾਮ ਪਦੈਸ਼ੀ ਰੋਡ ਮਾਸਟਰ ਆ। ਪਰ ਇੱਕ ਗੱਲ ਮੈਨੂੰ ਹੋਰ ਦੱਸੋ ਇੰਦਰਜੀਤ ਜੀ, ਵੀ ਸਾਹਿਬ ਕਾਂਸ਼ੀ ਰਾਮ ਨੇ ਜਿੰਨੇ ਵੀ ਜ਼ਿੰਦਗੀ 'ਚ 7-8 ਇਲੈਕਸ਼ਨ ਲੜੇ ਆ, ਹੁਸ਼ਿਆਰਪੁਰ ਹੋਵੇ, ਫੂਲਪੁਰ ਹੋਵੇ, ਪੂਰਬੀ ਦਿੱਲੀ ਹੋਵੇ ਜਾਂ ਜੰਜਗੀਰ ਹੋਣ ਜਾਂ ਮਿੱਠੀ ਹੋਵੇ, ਸਾਰੇ ਦੇ ਸਾਰੇ ਇਲੈਕਸ਼ਨ
ਸਾਹਿਬ ਨੇ ਜਨਰਲ ਸੀਟਾਂ ਤੋਂ ਹੀ ਕਿਉਂ ਲੜੇ? ਕਾਂਸ਼ੀ ਰਾਮ ਸਾਹਿਬ ਹਮੇਸ਼ਾ ਮੰਚ ਤੇ ਕੇਡਰ ਕੈਂਪ ਦੇ ਵਿੱਚ ਮੀਟਿੰਗਾਂ 'ਚ ਕਿਹਾ ਕਰਦੇ ਸੀ ਕਿ ਬਾਬਾ ਸਾਹਿਬ ਨੇ ਜਿਹੜੀ ਰਿਜ਼ਰਵੇਸ਼ਨ ਲਈ ਹੈ ਉਸ ਰਿਜ਼ਰਵੇਸ਼ਨ ਦਾ ਮੈਂ ਕੋਈ ਲਾਭ ਨਹੀਂ ਲਵਾਂਗਾ। ਮੈਂ ਜਦੋਂ ਵੀ ਚੋਣ ਲੜਾਂਗਾ, ਕੋਈ ਵੀ ਚੋਣ ਲੜਾਂਗਾ, ਮੈਂ ਜਨਰਲ ਸੀਟ ਤੋਂ ਲੜਾਂਗਾ। ਉਹਨਾਂ ਨੇ ਜਿੰਨੀ ਵਾਰ ਵੀ, ਚਾਹੇ ਜੰਜਗੀਰ ਤੋਂ, ਚਾਹੇ ਫੂਲਪੁਰ ਤੋਂ, ਚਾਹੇ ਹੁਸ਼ਿਆਰਪੁਰ ਤੋਂ, ਚਾਹੇ ਅਟਾਵਾ ਤੋਂ ਚੋਣ ਲੜੀ, ਉਹ ਸਾਰੀਆਂ ਜਨਰਲ ਸੀਟਾਂ ਤੋਂ ਚੋਣ ਲੜੀ। ਔਰ ਕਾਂਸ਼ੀ ਰਾਮ ਸਾਹਿਬ ਨੇ ਕਿਹਾ ਵੀ ਮੈਂ ਕਿਸੇ ਸ਼ਡਿਊਲ ਕਾਸਟ ਦਾ ਹੱਕ ਨਹੀਂ ਮਾਰਾਂਗਾ। ਔਰ ਕਾਂਸ਼ੀ ਰਾਮ ਦੀ ਜੀ ਸਾਹਿਬ ਦੀ ਜਿਹੜੀ ਸੋਚ ਸੀਗੀ ਉਹ ਇੱਕ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਸੀ, ਕਿਉਂਕਿ ਉਹਨਾਂ ਨੇ ਉਹਨਾਂ ਲੋਕਾਂ ਨੂੰ, ਜਾਣੀ ਮੁਰਦੇ ਲੋਕਾਂ ਨੂੰ ਜ਼ਿੰਦਾ ਕਰਨ ਦੀ ਗੱਲ ਕੀਤੀ, ਜਿਨ੍ਹਾਂ ਲੋਕਾਂ ਨੂੰ ਕਿਸੇ ਹੱਕ ਅਧਿਕਾਰ ਦਾ ਪਤਾ ਨਹੀਂ ਸੀ ਹੁੰਦਾ। ਵੱਡੇ ਤੋਂ ਵੱਡੇ ਲੋਕ ਜਿਹੜੇ ਸੀ ਉਹ ਗੱਲ ਕਾਂਸ਼ੀ ਰਾਮ ਸਾਹਿਬ ਦੇ ਵਰਕਰ ਨਾਲ ਉਹ ਗੱਲ ਨਹੀਂ ਸੀ ਕਰ ਸਕਦੇ, ਕਿਉਂਕਿ ਕਾਂਸ਼ੀ ਰਾਮ ਸਾਹਿਬ ਨੇ ਬੜੀ ਵੱਡੀ ਜਾਣਕਾਰੀ ਪਹਿਲਾਂ ਖੁਦ ਹਾਸਲ ਕੀਤੀ, ਉਸ ਤੋਂ ਬਾਅਦ ਕੇਡਰ ਕੈਂਪ 'ਚ ਜਾਣਕਾਰੀ ਦਿੱਤੀ। ਔਰ ਅੱਜ ਵੀ ਭਾਵੇਂ ਕਾਂਸ਼ੀ ਰਾਮ ਸਾਹਿਬ ਦੁਨੀਆ ਵਿੱਚ ਨਹੀਂ ਹੈਗੇ, ਪਰ ਉਹਨਾਂ ਦਾ ਜਿਹੜਾ ਦਿੱਤਾ ਹੋਇਆ ਕੇਡਰ ਹੈ ਉਹ ਲੋਕ ਅੱਜ ਵੀ ਉਹਨੂੰ ਆਪਣੇ ਦਿਲ 'ਚ ਲੈ ਕੇ ਬੈਠੇ ਆ। ਉਹ ਇਸ ਗੱਲ ਦੇ ਸਮੇਂ ਦੀ ਉਡੀਕ 'ਚ ਹੈ ਵੀ ਕਦੋਂ ਕੋਈ ਥੋੜ੍ਹੀ ਜਿਹੀ ਲਹਿਰ ਉੱਠੇ ਤਾਂ ਇਸ ਲਹਿਰ ਨੂੰ ਦੁਆਰਾ ਔਰ ਅਸੀਂ ਕਾਂਸ਼ੀ ਰਾਮ ਸਾਹਿਬ ਨੂੰ ਦੁਆਰਾ ਜ਼ਿੰਦਾ ਕਰੀਏ। ਇੰਦਰੀ ਜੀ, ਮੇਰੇ ਇੱਕ ਹੋਰ ਸਵਾਲ ਹੈ, ਅਕਸਰ ਪੰਜਾਬ 'ਚ ਅਸੀਂ ਦੇਖਦੇ ਰਹੇ ਰੈਲੀਆਂ 'ਚ, ਚਾਹੇ ਉਹ ਰੋਸ਼ਨ ਗਰਾਊਂਡ ਹੁਸ਼ਿਆਰਪੁਰ ਹੋਵੇ, ਦਾਣਾ ਮੰਡੀ ਲੁਧਿਆਣਾ ਹੋਵੇ, ਜਾਂ ਦਰਿੱਸੇ ਗਰਾਊਂਡ ਲੁਧਿਆਣਾ ਦੀ ਹੋਵੇ, ਅਕਸਰ ਉਹ ਪੰਜਾਬ ਦੇ ਚਮਾਰਾਂ ਨੂੰ, ਖਾਸ ਕਰਕੇ ਦੁਆਬੇ ਦੇ ਚਮਾਰਾਂ ਨੂੰ ਕੁਛ ਨਾ ਕੁਛ ਝੰਜੋੜ ਕੇ ਰੱਖ ਦਿੰਦੇ ਸੀ ਤੇ ਮਤਲਬ ਉਹ ਕਿਉਂ ਇੱਦਾਂ ਕਰਦੇ ਸੀ? ਕਾਂਸ਼ੀ ਰਾਮ ਸਾਹਿਬ ਪੰਜਾਬੀ ਹੋਣ ਕਰਕੇ ਪੰਜਾਬ ਦੀ ਕਾਫੀ ਵੱਡੀ ਨੌਲੇਜ ਰੱਖਦੇ ਸੀ, ਤਾਂ ਉਹਨਾਂ ਨੇ ਚਮਾਰ ਸਮਾਜ ਨੂੰ ਇਸ ਕਰਕੇ ਕਿਹਾ ਵੀ ਤੁਸੀਂ ਬਾਬਾ ਸਾਹਿਬ ਦੀ ਰਿਜ਼ਰਵੇਸ਼ਨ ਦੀ ਬਦੌਲਤ ਪੂਰਾ ਆਨੰਦ ਮਾਣ ਰਹੇ ਹੋ, ਕਾਰਾਂ, ਕੋਠੀਆਂ, ਬੰਗਲੇ, ਅਫਸਰਸ਼ਾਹੀ 'ਤੇ ਜਾ ਪਹੁੰਚੇ, ਪਰ ਜਿਹੜਾ ਪੇ ਬੈਕ ਟੂ ਸੁਸਾਇਟੀ ਹੈ ਤੁਸੀਂ ਉਹ ਅਦਾ ਨਹੀਂ ਕਰ ਰਹੇ। ਔਰ ਉਹਨਾਂ ਨੇ ਜਿੰਨੀ ਵਾਰ ਵੀ ਬੋਲੇ ਤਾਂ ਉਹਨਾਂ ਨੇ ਹਮੇਸ਼ਾ ਸਮਾਜ ਨੂੰ ਅੱਛੇ ਲਫ਼ਜ਼ਾਂ ਦੇ ਨਾਲ, ਅੱਛੀ ਮਿਹਨਤ ਦੇ ਨਾਲ ਝੰਜੋੜਿਆ, ਤਾਂ ਕਿ ਲੋਕ ਉਹਨਾਂ ਦੇ ਕਹਿਣ 'ਤੇ ਲੋਕ ਬਦਲੇ ਵੀ, ਲੋਕ ਉਹਨਾਂ ਦੇ ਮਗਰ ਵੀ ਲੱਗੇ। ਔਰ ਜਿੰਨੀ ਜਗ੍ਹਾ ਵੀ ਉਹਨਾਂ ਨੇ ਰੈਲੀਜ਼ ਕੀਤੀਆਂ, ਉਸ ਰੈਲੀ ਵਿੱਚ ਲੋਕ ਏਡੀ ਭਾਰੀ ਗਿਣਤੀ 'ਚ ਆਉਂਦੇ ਰਹੇ। ਤਾਂ ਜਿੰਨਾ ਮੈਂ ਆਪਣੀ ਅੱਖਾਂ ਨਾਲ ਦੇਖਿਆ, ਆਪਣੇ ਤਜਰਬੇ ਨਾਲ ਦੇਖਿਆ, ਤਾਂ ਕਾਂਸ਼ੀ ਰਾਮ ਸਾਹਿਬ ਦੀ ਰੈਲੀ ਦੇ ਅੱਗੇ ਦੇਸ਼ ਦੇ ਪ੍ਰਧਾਨ ਮੰਤਰੀ ਦੀ ਰੈਲੀ, ਅਕਾਲੀ ਤੇ ਭਾਜਪਾ ਦੀ ਰੈਲੀ ਵੀ ਫੇਲ ਹੁੰਦੀ ਨਜ਼ਰ ਆਉਂਦੀ ਸੀ। ਇੰਦਰਜੀਤ ਜੀ, ਕਈ ਵਾਰੀ ਜਿਹੜੇ ਸਾਹਿਬ ਸ਼ਬਦ ਝੰਜੋੜਨ ਵਾਲੇ ਬੋਲਦੇ ਸੀ, ਪਰ ਉਹਨਾਂ ਪਿੱਛੇ ਕੋਈ ਨਾ ਕੋਈ ਉਹਨਾਂ ਦਾ ਮੋਟਿਵ ਜਿਹੜਾ, ਜਾਂ ਉਹ ਕੋਈ ਸਮਾਜ ਨੂੰ ਇੱਕ ਸੇਧ ਦੇਣਾ ਹੁੰਦਾ ਸੀ। ਤਾਂ ਕਈ ਵਾਰੀ ਹਾਸਾ ਮਜ਼ਾਕ ਵੀ ਜੇ ਕਰਦੇ ਸੀ ਤਾਂ ਉਹ ਵੀ ਕਿਤੇ ਨਾ ਕਿਤੇ ਇੱਕ ਮੈਸੇਜ ਹੁੰਦਾ ਸੀ। ਤਾਂ ਲੁਧਿਆਣਾ ਦੀ ਇੱਕ ਗੱਲ ਤੁਸੀਂ ਦੱਸੀ ਸੀ ਵੀ ਇੱਕ ਮੈਂਬਰ ਪੰਚਾਇਤ ਜਿੱਤਿਆ, ਤਾਂ ਉਹ ਸਾਹਿਬ ਨੂੰ ਕਿ ਮੈਂਬਰ ਪੰਚਾਇਤ ਬਣਿਆ, ਇੰਨਾ ਮੇਰਾ ਖਰਚਾ ਹੋਇਆ। ਨਹੀਂ ਚਲੋ, ਤੇ ਉਹ ਮਤਲਬ ਕੀ ਸੀ? ਨਹੀਂ, ਉਹਦਾ ਨਾਂ ਨਹੀਂ ਲੈਣਾ। ਜਿਹੜਾ ਵੀ ਵਿਅਕਤੀ ਕਾਂਸ਼ੀ ਰਾਮ ਸਾਹਿਬ ਨਾਲ ਗੱਲ ਕਰਦਾ ਸੀ, ਉਹਨੂੰ ਪਹਿਲਾਂ ਸੋਚਣਾ ਪੈਂਦਾ ਸੀ ਕਿ ਮੈਂ ਗੱਲ ਉਹ ਕਰਾਂ ਜਿਹੜੀ ਗੱਲ ਤੋਲ ਕੇ, ਨਾਪ ਕੇ ਕਾਂਸ਼ੀ ਰਾਮ ਸਾਹਿਬ ਮੂਹਰੇ ਲਿਆਂਦੀ ਜਾਵੇ, ਤਾਂ ਕਿ ਮੈਨੂੰ ਕਾਂਸ਼ੀ ਰਾਮ ਸਾਹਿਬ ਇਸ ਗੱਲ 'ਤੇ ਗੁੱਸੇ ਨਾ ਹੋਣ। ਅਨੇਕ ਵਾਰੀ ਐਸਾ ਹੁੰਦਾ ਸੀ ਬਈ ਕਈ ਸਾਥੀ ਥੋੜ੍ਹਾ ਕੰਮ ਕਰਕੇ ਉਸ ਨੂੰ ਜ਼ਿਆਦਾ ਦੱਸਣ ਦੀ ਕਾਂਸ਼ੀ ਰਾਮ ਸਾਹਿਬ ਮੂਹਰੇ ਕੋਸ਼ਿਸ਼ ਕਰਦੇ ਸੀ, ਤਾਂ ਕਾਂਸ਼ੀ ਰਾਮ ਸਾਹਿਬ ਉਹਨਾਂ ਨੂੰ ਆਪਣੇ ਤਜਰਬੇ ਦੇ ਆਧਾਰ 'ਤੇ, ਆਪਣੀ ਮਿਹਨਤ ਦੇ ਆਧਾਰ 'ਤੇ ਉਹਨਾਂ ਨੂੰ ਪੈਰਾਂ ਕੱਢਣ ਲੱਗਿਆ 1 ਮਿੰਟ ਲਾਉਂਦੇ ਸੀ। ਤਾਂ ਲੁਧਿਆਣੇ ਦੀ ਇੱਕ ਮਿਸਾਲ ਹੈ, ਇੱਕ ਵਿਅਕਤੀ ਜੋ ਕਿ ਆਪਣੇ ਆਪ ਨੂੰ ਕਾਂਸ਼ੀ ਰਾਮ ਸਾਹਿਬ ਦਾ ਕਾਫੀ ਨੇੜੇ ਕਹਿੰਦਾ ਸੀ, ਤਾਂ ਉਹਨਾਂ ਨੇ ਮੈਂਬਰ ਪੰਚਾਇਤ ਦੀ ਚੋਣ ਜਿੱਤ ਲਈ ਅਤੇ ਕਾਂਸ਼ੀ ਰਾਮ ਸਾਹਿਬ ਕੋਲ ਚਲਾ ਗਿਆ ਕਿ ਸਾਹਿਬ ਜੀ ਤੁਹਾਨੂੰ ਵਧਾਈ ਹੋਵੇ ਕਿ ਮੈਂ ਮੈਂਬਰ ਪੰਚਾਇਤ ਬਣ ਗਿਆ। ਤਾਂ ਕਾਂਸ਼ੀ ਰਾਮ ਸਾਹਿਬ ਨੇ ਕਿਹਾ ਵੀ ਕਿਹੜੇ ਪਿੰਡ ਦਾ ਬਣਿਆ? ਉਹਨਾਂ ਨੇ ਆਪਣੇ ਪਿੰਡ ਦਾ ਨਾਂ ਦੱਸ ਦਿੱਤਾ, ਅਤੇ ਉੱਥੇ ਭਾਈਚਾਰੇ ਬਾਰੇ ਪੁੱਛਿਆ ਵੀ ਕਿਹੜਾ ਭਾਈਚਾਰਿਆਂ ਦਾ?
ਉਹ ਕਹਿੰਦਾ ਜੀ ਭਾਈਚਾਰਾ ਤਾਂ ਮੇਰੇ ਇੱਕੋ ਬਰਾਦਰੀ ਦੇ ਰਹਿੰਦੇ ਆ, ਪਰ ਉਹਨੇ ਬੜੇ ਮਾਣ ਨਾਲ ਦੱਸਿਆ ਜੀ ਮੇਰਾ 60,000 ਰੁਪਇਆ ਖਰਚ ਹੋ ਗਿਆ, ਇਸ ਮੈਂਬਰ ਪੰਚਾਇਤ ਦੀ ਚੋਣ ਜਿੱਤਣ ਲਈ ਖਰਚ ਹੋ ਗਿਆ। ਤਾਂ ਕਾਂਸ਼ੀ ਰਾਮ ਸਾਹਿਬ ਨੇ ਕਿਹਾ ਵੀ ਤੇਰਾ ਉੱਥੇ ਕੀ ਹੈ, ਜੇਕਰ ਤੈਨੂੰ 60,000 ਰੁਪਇਆ ਮੈਂਬਰ ਪੰਚਾਇਤ ਜਿੱਤਣ ਲਈ ਲੱਗ ਗਿਆ ਤਾਂ ਸਰਪੰਚ ਲਈ ਤਾਂ ਫਿਰ ਤੈਨੂੰ 5 ਲੱਖ ਰੁਪਇਆ ਘੱਟੋ ਘੱਟ ਹੋਣਾ ਚਾਹੀਦਾ। ਤਾਂ ਉਸ ਤੋਂ ਬਾਅਦ ਜੇਕਰ ਕੋਈ ਵਿਅਕਤੀ ਇਹ ਸਮਝੇ ਕਿ ਮੈਂ ਕਾਂਸ਼ੀ ਰਾਮ ਸਾਹਿਬ ਨੂੰ ਮਿਸਗਾਈਡ ਕਰਕੇ ਕੋਈ ਗਲਤ ਜਾਣਕਾਰੀ ਦੇ ਕੇ ਅੱਗੇ ਵਧ ਜਾਵਾਂਗਾ, ਉਹਨਾਂ ਨੇ ਕਦੇ ਵੀ ਜ਼ਿੰਦਗੀ 'ਚ ਐਸਾ ਨਹੀਂ ਹੋਣ ਦਿੱਤਾ। ਉਹ ਵਰਕਰ ਬਾਰੇ ਬਹੁਤ ਡੂੰਘੀ ਜਾਣਕਾਰੀ ਰੱਖਦੇ ਸੀ, ਉਹ ਹਰ ਇੱਕ ਵਰਕਰ ਬਾਰੇ ਜਾਣਕਾਰੀ ਰੱਖਦੇ ਸੀ ਵੀ ਇਹਦਾ ਕੰਮ ਕਰਨ ਦਾ ਢੰਗ, ਇਹਦਾ ਤਜਰਬਾ, ਇਹਦੀ ਮਿਹਨਤ ਕਿੰਨੀ ਕੁ ਹੈਗੀ ਹੈ, ਉਹਨਾਂ ਨੂੰ ਇਸ ਗੱਲ ਦੀ ਪੂਰੀ ਜਾਣਕਾਰੀ ਸੀ। ਹਾਂਜੀ, ਸਾਡੇ ਸਾਹਿਬ ਬੇਸ਼ੱਕ ਨੈਸ਼ਨਲ ਪਾਰਟੀ ਵੀ ਬਣ ਗਈ, ਉਸ ਤੋਂ ਬਾਅਦ ਉਹ ਐਡੇ ਵੱਡੇ ਨੇਤਾ ਵੀ ਬਣ ਗਏ, ਮਹਾਨਾਇਕ ਵੀ ਕਹਾਏ ਸਮਾਜ ਦੇ, ਪਰ ਉਹ ਡਾਊਨ ਟੂ ਅਰਥ ਰਹੇ, ਹਮੇਸ਼ਾ ਸਮਾਜ ਦੇ ਨਾਲ ਜੁੜੇ ਰਹੇ, ਵਰਕਰਾਂ ਦੇ ਨਾਲ ਜੁੜੇ ਰਹੇ। ਇਹ ਸਨ ਇੰਦਰਜੀਤ ਐਡਵੋਕੇਟ ਲੁਧਿਆਣਾ ਤੋਂ, ਜਿਹੜੇ ਸਾਹਿਬ ਦੇ ਨਾਲ ਉਹਨਾਂ ਦੇ ਕਾਫੀ ਕਰੀਬੀ ਰਹੇ ਆ, ਉਹਨਾਂ ਦੇ ਸੰਘਰਸ਼ ਦੇ ਦਿਨਾਂ ਦੇ ਦੁੱਖ ਸੁੱਖ ਦੇ ਸਾਂਝੇ ਰਹੇ ਆ। ਤਾਂ ਮੈਂ ਅਗਲੀ ਵਾਰੀ ਕਿਸੇ ਨਵੀਂ ਪਰਸਨੈਲਿਟੀ ਨੂੰ ਲੈ ਕੇ ਹਾਜ਼ਰ ਹੋਵਾਂਗਾ, ਉਦੋਂ ਤੱਕ ਦੇ ਸਾਨੂੰ ਖੈਰ ਇਜਾਜ਼ਤ ਦਿਓ। ਮੈਂ ਪੰਮੀ ਲਾਲੂ ਮਜਰਾ ਤੇ ਕੈਮਰਾਮੈਨ ਬਲਕਾਰ ਭੂਤਾਂ।